प्यारे विद्यार्थियों, सत श्री अकाल। मैं प्रियंका महाजन, साइंस मिस्ट्रेस, गवर्नमेंट गर्ल सीनियर ਸੈਕੰਡਰੀ ਸਕੂਲ ਲੋਹੀਆਂ ਖਾਸ ਜਲੰਧਰ। ਅੱਜ ਦੀ ਸਾਇੰਸ ਦੀ ਕਲਾਸ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਬੇਟਾ, ਅੱਜ ਅਸੀਂ ਸਟਾਰਟ ਕਰਾਂਗੇ 10ਵੀਂ ਜਮਾਤ ਦਾ ਅਧਿਆਇ ਨੰਬਰ 14 ਊਰਜਾ ਦੇ ਸੋਮੇ ਸੋਰਸਿਸ ਆਫ એનર્ਜੀ। ਸੋ ਬੇਟਾ, ਅਸੀਂ ਸ਼ੁਰੂ ਕਰਨੇ ਆ। ਤੁਸੀਂ 9ਵੀਂ ਜਮਾਤ ਵਿੱਚ ਊਰਜਾ ਸੁਰੱਖਿਅਨ ਦਾ ਨਿਯਮ ਪੜ੍ਹਿਆ ਸੀ, ਤੁਹਾਨੂੰ ਯਾਦ ਹੈ? ਬੇਟਾ, ਜੇ ਨਹੀਂ ਯਾਦ ਤੇ ਅਸੀਂ ਰਿਵਾਈਜ਼ ਕਰਨੇ ਆ। ਬੇਟਾ, ਊਰਜਾ ਨਾ ਤਾਂ ਪੈਦਾ ਕੀਤੀ ਜਾ ਸਕਦੀ ਹੈ, ਨਾ ਹੀ ਇਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਊਰਜਾ ਕੇਵਲ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਰੂਪਾਂਤਰਿਤ ਹੋ ਸਕਦੀ ਹੈ। ਊਰਜਾ ਸੁਰੱਖਿਅਨ ਦਾ ਨਿਯਮ ਕਹਿੰਦਾ ਹੈ ਇਹ ਸਭ। ਮਤਲਬ ਊਰਜਾ ਸੁਰੱਖਿਅਨ ਦੇ ਨਿਯਮ ਦੇ ਮੁਤਾਬਿਕ ਊਰਜਾ ਜਿਹੜੀ ਹੈ ਉਹ ਨਸ਼ਟ ਵੀ ਨਹੀਂ ਹੋ ਸਕਦੀ ਤੇ ਨਵੀਂ ਊਰਜਾ ਪੈਦਾ ਵੀ ਨਹੀਂ ਹੋ ਸਕਦੀ। ਸਿਰਫ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਦੀ ਹੈ ਊਰਜਾ। ਪਰ ਜੇ ਅਜਿਹਾ ਹੈ, ਜੇਕਰ ਊਰਜਾ ਨਸ਼ਟ ਨਹੀਂ ਹੋ ਸਕਦੀ, ਤਾਂ ਫਿਰ ਅਸੀਂ ਊਰਜਾ ਸੰਕਟ ਬਾਰੇ ਸੁਣਦੇ ਹਾਂ ਅੱਜ ਕੱਲ੍ਹ ਟੀਵੀ ਵਿੱਚ, ਅਖਬਾਰਾਂ ਵਿੱਚ ਪੜ੍ਹਦੇ ਹਾਂ। ਇਹ ਕਿਉਂ? ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਊਰਜਾ ਨਸ਼ਟ ਨਹੀਂ ਹੋ ਸਕਦੀ, ਦੂਜੇ ਪਾਸੇ ਊਰਜਾ ਸੰਕਟ ਦੀ ਗੱਲ ਕਰ ਰਹੇ ਹਾਂ। ਅਤੇ ਇਹ ਚੀਜ਼ ਨੂੰ ਹੀ ਸਮਝਾਉਣਾ ਹੈ ਮੈਂ ਤੁਹਾਨੂੰ ਇਸ ਚੈਪਟਰ ਵਿੱਚ। ਅਤੇ ਹੁਣ ਮੈਂ ਤੁਹਾਨੂੰ ਉਦਾਹਰਨ ਦੇ ਕੇ ਇਹ ਦੋਨੋਂ ਕਨਸੈਪਟ ਤੁਹਾਡੇ ਕਲੀਅਰ ਕਰਾਂਗੀ, ਤੁਸੀਂ ਧਿਆਨ ਨਾਲ ਸਮਝਣਾ ਹੈ। ਬੇਟਾ, ਤੁਸੀਂ ਹਨੇਰੇ ਕਮਰੇ ਵਿੱਚ ਰੋਸ਼ਨੀ ਕਰਨ ਲਈ ਕਦੀ ਮੋਮਬੱਤੀ ਜਲਾਈ ਹੋਵੇਗੀ, ਹੈ ਨਾ? ਅਤੇ ਜਿਹੜੀ ਮੋਮਬੱਤੀ ਹੈ ਉਸਦੇ ਮੋਮ ਵਿੱਚ ਰਸਾਇਣਿਕ ਊਰਜਾ ਹੁੰਦੀ ਹੈ। ਜਦੋਂ ਅਸੀਂ ਮੋਮਬੱਤੀ ਬਾਲਦੇ ਹਾਂ ਤਾਂ ਉਹ ਰਸਾਇਣਿਕ ਊਰਜਾ ਪ੍ਰਕਾਸ਼ ਅਤੇ ਤਾਪ ਊਰਜਾ ਵਿੱਚ ਬਦਲ ਜਾਂਦੀ ਹੈ ਅਤੇ ਇਹ ਇੱਕ ਬਹੁਤ ਹੀ ਤਾਪ ਨਿਕਾਸੀ ਕਿਰਿਆ ਹੋ ਜਾਂਦੀ ਹੈ। ਬੇਟਾ, ਇਸ ਤਰ੍ਹਾਂ ਮੋਮ ਦੀ ਰਸਾਇਣਿਕ ਊਰਜਾ ਦਾ ਰੂਪਾਂਤਰਨ ਹੋ ਜਾਂਦਾ ਹੈ ਪ੍ਰਕਾਸ਼ ਅਤੇ ਤਾਪ ਊਰਜਾ ਵਿੱਚ ਜਦੋਂ ਅਸੀਂ ਉਸ ਨੂੰ ਮੋਮਬੱਤੀ ਨੂੰ ਜਲਾਉਂਦੇ ਹਾਂ। ਬੇਟਾ, ਪਰ ਜੇਕਰ ਤੁਸੀਂ ਪ੍ਰਕਾਸ਼ ਪੈਦਾ ਕਰਨ ਲਈ ਮੋਮਬੱਤੀ ਬਾਲੀ ਤਾਂ ਇਸ ਦੀ ਤਾਪ ਊਰਜਾ ਤੁਹਾਡੇ ਕਿਸੇ ਕੰਮ ਨਹੀਂ ਆਈ। ਪਰ ਜੇਕਰ ਤੁਸੀਂ ਮੋਮਬੱਤੀ ਦੀ ਵਰਤੋਂ ਆਪਣੇ ਕਿਸੇ ਪ੍ਰਯੋਗ ਵਿੱਚ ਕਿਸੇ ਚੀਜ਼ ਨੂੰ ਗਰਮ ਕਰਨ ਲਈ ਕਰਦੇ ਹੋ ਤਾਂ ਉਸ ਸਮੇਂ ਉਸ ਦੀ ਪ੍ਰਕਾਸ਼ ਊਰਜਾ ਤੁਹਾਡੇ ਕੰਮ ਨਹੀਂ ਆਉਂਦੀ। ਬੇਟਾ, ਇਸ ਦਾ ਮਤਲਬ ਇਹ ਹੈ ਕਿ ਊਰਜਾ ਵੀ ਦੋ ਤਰ੍ਹਾਂ ਦੀ ਹੋ ਗਈ, ਇੱਕ ਵਰਤੋਂਯੋਗ ਅਤੇ ਇੱਕ ਨਾ ਵਰਤੋਂਯੋਗ। ਇੱਕ ਊਰਜਾ ਦੀ ਤਾਂ ਅਸੀਂ ਵਰਤੋਂ ਆਪਣੇ ਕੰਮ ਨੂੰ ਪੂਰਾ ਕਰਨ ਵਾਸਤੇ ਕਰ ਲਈ, ਜਿਸ ਊਰਜਾ ਦੀ ਵਰਤੋਂ ਅਸੀਂ ਨਹੀਂ ਕਰ ਸਕੇ ਉਹ ਵਾਤਾਵਰਣ ਵਿੱਚ ਚਲੀ ਗਈ। ਹੁਣ ਅਸੀਂ ਵਾਤਾਵਰਣ ਵਿੱਚ ਗਈ ਇਸ ਊਰਜਾ ਤੋਂ ਵਾਪਿਸ ਮੋਮ ਨਹੀਂ ਬਣਾ ਸਕਦੇ। ਤਾਪ ਜਾਂ ਪ੍ਰਕਾਸ਼ ਊਰਜਾ ਤੋਂ ਵਾਪਿਸ ਅਸੀਂ ਮੋਮ ਦੀ ਰਸਾਇਣਿਕ ਊਰਜਾ ਪੈਦਾ ਨਹੀਂ ਕਰ ਸਕਦੇ। ਬੇਟਾ, ਇੱਕ ਹੋਰ ਉਦਾਹਰਨ ਲਓ। ਤੁਸੀਂ ਇੱਕ ਬਰਤਨ ਵਿੱਚ ਗਰਮ ਪਾਣੀ ਲਓ, ਉਬਲਦਾ ਹੋਇਆ ਪਾਣੀ ਲੈ ਸਕਦੇ ਹੋ ਤੁਸੀਂ, ਅਤੇ ਉਸਨੂੰ ਤੁਸੀਂ ਇੱਕ ਕਮਰੇ ਵਿੱਚ ਰੱਖ ਦਿੰਦੇ ਹੋ ਜਿਸ ਕਮਰੇ ਦਾ ਤਾਪਮਾਨ 298 ਕੈਲਵਿਨ ਤੱਕ, ਮਤਲਬ 25 ਡਿਗਰੀ ਸੈਲਸੀਅਸ ਤੱਕ ਹੈ। ਕੁਝ ਸਮੇਂ ਪਿੱਛੋਂ ਤੁਸੀਂ ਕੀ ਦੇਖੋਗੇ? ਬੇਟਾ, ਤੁਸੀਂ ਦੇਖੋਗੇ ਕਿ 1 ਘੰਟੇ ਬਾਅਦ ਜਾਂ ਕੁਝ ਦੇਰ ਬਾਅਦ ਉਹ ਪਾਣੀ ਠੰਡਾ ਹੋ ਗਿਆ ਹੈ। ਅਤੇ ਬੇਟਾ, ਪਾਣੀ ਜਿਹੜਾ ਜਦੋਂ ਗਰਮ ਸੀ ਉਸ ਵਿੱਚ ਤਾਪ ਊਰਜਾ ਸੀ, ਉਹ ਤਾਪ ਊਰਜਾ ਕਿੱਥੇ ਗਈ ਅਤੇ ਪਾਣੀ ਕਿਸ ਤਰ੍ਹਾਂ ਠੰਡਾ ਹੋਇਆ? ਬੇਟਾ, ਉਹ ਸਾਰੀ ਤਾਪ ਊਰਜਾ ਵਾਤਾਵਰਣ ਵਿੱਚ ਚਲੀ ਗਈ ਅਤੇ ਜਿਸ ਕਰਕੇ ਪਾਣੀ ਠੰਡਾ ਹੋ ਗਿਆ। ਹੁਣ ਕੋਈ ਵੀ ਅਜਿਹਾ ਤਰੀਕਾ ਤੁਸੀਂ ਸੋਚੋ ਕਿ ਉਹ ਸਾਰੀ ਵਾਤਾਵਰਣ ਵਿੱਚ ਗਈ ਤਾਪ ਊਰਜਾ ਤੁਸੀਂ ਇਕੱਠੀ ਕਰੋ ਅਤੇ ਪਾਣੀ ਨੂੰ ਦੁਬਾਰਾ ਗਰਮ ਕਰੋ। ਅਜਿਹਾ ਹੋ ਸਕਦਾ ਹੈ? ਬੇਟੇ, ਨਹੀਂ ਹੋ ਸਕਦਾ। ਇਸ ਦਾ ਮਤਲਬ ਕਿ ਸਾਡੀ ਜਿਹੜੀ ਪਾਣੀ ਦੀ ਤਾਪ ਊਰਜਾ ਸੀ ਉਹ ਵਾਤਾਵਰਣ ਵਿੱਚ ਚਲੀ ਗਈ ਅਤੇ ਉਸ ਊਰਜਾ ਤੋਂ ਅਸੀਂ ਦੁਬਾਰਾ ਪਾਣੀ ਨੂੰ ਗਰਮ ਨਹੀਂ ਕਰ ਸਕਦੇ। ਬੇਟਾ, ਇੱਕ ਉਦਾਹਰਨ ਹੋਰ ਲੈਂਦੇ ਹਾਂ। ਮੰਨ ਲਓ ਤੁਸੀਂ ਆਪਣੇ ਹੱਥ ਵਿੱਚ ਇੱਕ ਪਲੇਟ ਫੜੀ ਹੋਈ ਹੈ ਅਤੇ ਉਸਨੂੰ ਤੁਸੀਂ ਜ਼ਮੀਨ ਤੋਂ ਥੋੜ੍ਹੀ ਉਚਾਈ 'ਤੇ ਫੜਿਆ ਹੋਇਆ ਹੈ। ਉਹ ਪਲੇਟ ਤੁਸੀਂ ਆਪਣੇ ਹੱਥ ਵਿੱਚੋਂ ਛੱਡ ਦਿੰਦੇ ਹੋ, ਪਲੇਟ ਜ਼ਮੀਨ 'ਤੇ ਟਕਰਾਏਗੀ ਅਤੇ ਆਵਾਜ਼ ਪੈਦਾ ਹੋਏਗੀ। ਅਸਲ ਵਿੱਚ ਕੀ ਹੋਇਆ, ਉਚਾਈ 'ਤੇ ਫੜੀ ਹੋਈ ਪਲੇਟ ਵਿੱਚ ਸਥਿਤੀਜ ਊਰਜਾ ਸੀ। ਜਦੋਂ ਉਹ ਪਲੇਟ ਜ਼ਮੀਨ 'ਤੇ ਟਕਰਾਈ ਤਾਂ ਪਲੇਟ ਦੀ ਸਥਿਤੀਜ ਊਰਜਾ ਰੂਪਾਂਤਰਿਤ ਹੋ ਗਈ ਧੁਨੀ ਊਰਜਾ ਵਿੱਚ। ਬੇਟੇ, ਉਹ ਜਿਹੜੀ ਧੁਨੀ ਊਰਜਾ ਸੀ ਉਹ ਵਾਤਾਵਰਣ ਵਿੱਚ ਚਲੀ ਗਈ ਅਤੇ ਉਸ ਧੁਨੀ ਊਰਜਾ ਦੀ ਮੁੜ ਵਰਤੋਂ ਕਰਕੇ ਤੁਸੀਂ ਪਲੇਟ ਵਿੱਚ ਸਥਿਤੀਜ ਊਰਜਾ ਪੈਦਾ ਨਹੀਂ ਕਰ ਸਕਦੇ। ਅਤੇ ਇਸ ਤਰ੍ਹਾਂ ਜਿੰਨੀਆਂ ਵੀ ਅਸੀਂ ਉਦਾਹਰਨਾਂ ਕੀਤੀਆਂ ਉਸ ਤੋਂ ਸਾਨੂੰ ਇਹ ਪਤਾ ਚੱਲਿਆ ਕਿ ਉਪਲਬਧ ਵਰਤੋਂਯੋਗ ਊਰਜਾ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਘੱਟ ਵਰਤੋਂਯੋਗ ਊਰਜਾ ਜਾਂ ਫਿਰ
ਨਾ ਵਰਤੋਯੋਗ ਊਰਜਾ ਦੇ ਰੂਪ ਵਿੱਚ ਚਲੀ ਜਾਂਦੀ ਹੈ। ਇਹ ਤਾਂ ਅਸੀਂ ਪੜ੍ਹ ਲਿਆ ਕਿ ਊਰਜਾ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਰੂਪਾਂਤਰਿਤ ਹੋ ਜਾਂਦੀ ਹੈ ਤੇ ਰੂਪਾਂਤਰਿਤ ਹੋਈ ਊਰਜਾ ਦਾ ਕੁਝ ਭਾਗ ਅਸੀਂ ਆਪਣੀ ਵਰਤੋਂ ਵਿੱਚ ਲਿਆਉਂਦੇ ਹਾਂ ਤੇ ਬਾਕੀ ਭਾਗ ਜਿਹੜਾ ਹੈ ਉਹ ਵਾਤਾਵਰਣ ਵਿੱਚ ਚਲਾ ਜਾਂਦਾ ਹੈ, ਜਿਹੜਾ ਕਿ ਸਾਡੇ ਵਰਤੋਯੋਗ ਨਹੀਂ ਹੁੰਦਾ। ਪਰ ਬੇਟਾ ਇਹ ਊਰਜਾ ਸਾਨੂੰ ਮਿਲਦੀ ਕਿੱਥੋਂ ਹੈ? ਇਹ ਊਰਜਾ ਆਂਦੀ ਕਿੱਥੋਂ ਹੈ? ਇਹ ਊਰਜਾ ਆਪਣੇ ਵੱਖ-ਵੱਖ ਸੋਮਿਆਂ ਤੋਂ ਆਂਦੀ ਹੈ। ਸਾਨੂੰ ਊਰਜਾ ਦੇ ਵੱਖ-ਵੱਖ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ। ਹੁਣ ਇਹ ਊਰਜਾ ਦੇ ਸੋਮੇ ਕਿਹੜੇ ਹਨ? ਬੇਟਾ ਸਭ ਤੋਂ ਪਹਿਲਾਂ ਤਾਂ ਸੂਰਜ, ਇਹ ਊਰਜਾ ਦਾ ਸਭ ਤੋਂ ਵੱਡਾ ਸੋਮਾ ਹੈ। ਫਿਰ ਪਾਣੀ, ਜਿਹੜਾ ਪਾਣੀ ਹੈ ਉਸ ਦੀ ਊਰਜਾ ਨੂੰ ਵੀ ਤੁਸੀਂ ਬਿਜਲੀ ਬਣਾਉਣ ਵਿੱਚ ਉਪਯੋਗ ਕਰ ਸਕਦੇ ਹੋ, ਬਹਿੰਦੇ ਹੋਏ ਪਾਣੀ ਦੀ ਊਰਜਾ ਨੂੰ। ਪੌਣ ਊਰਜਾ, ਇਹ ਵੀ ਊਰਜਾ ਦਾ ਇੱਕ ਬਹੁਤ ਵਧੀਆ ਸੋਮਾ ਹੈ। ਇਸ ਦੀ ਵਰਤੋਂ ਕਰਕੇ ਵੀ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ। ਕੋਲਾ, ਲੱਕੜ, ਪੈਟਰੋਲ, LPG, ਇਹ ਸਾਰੇ ਊਰਜਾ ਦੇ ਸੋਮੇ ਹਨ ਜਿਸ ਤੋਂ ਸਾਨੂੰ ਊਰਜਾ ਪ੍ਰਾਪਤ ਹੁੰਦੀ ਹੈ। ਇਹਨਾਂ ਨੂੰ ਬਾਲਣ ਨਾਲ ਸਾਨੂੰ ਊਰਜਾ ਮਿਲਦੀ ਹੈ। ਨੈਕਸਟ, ਊਰਜਾ ਦਾ ਵਧੀਆ ਸੋਮਾ ਕੀ ਹੈ? ਬੇਟੇ ਹੁਣ ਊਰਜਾ ਦੇ ਸੋਮਿਆਂ ਬਾਰੇ ਤਾਂ ਸਾਨੂੰ ਪਤਾ ਚੱਲ ਗਿਆ। ਹੁਣ ਕਿਹੜਾ ਸੋਮਾ ਊਰਜਾ ਦਾ ਵਧੀਆ ਸੋਮਾ ਹੈ ਤੇ ਕਿਹੜਾ ਸੋਮਾ ਊਰਜਾ ਦਾ ਵਧੀਆ ਸੋਮਾ ਨਹੀਂ ਹੈ, ਇਹ ਵੀ ਪਤਾ ਹੋਣਾ ਜ਼ਰੂਰੀ ਹੈ। ਤੇ ਬੇਟੇ ਊਰਜਾ ਦੇ ਵਧੀਆ ਸੋਮੇ ਦੇ ਗੁਣ ਤੁਹਾਨੂੰ ਮੈਂ ਦੱਸਾਂਗੀ। ਸਭ ਤੋਂ ਪਹਿਲਾਂ ਊਰਜਾ ਦਾ ਵਧੀਆ ਸੋਮਾ ਉਹ ਹੈ ਜਿਹੜਾ ਸਸਤਾ ਹੋਵੇ। ਬੇਟਾ ਊਰਜਾ ਦਾ ਸੋਮਾ ਜੇ ਸਸਤਾ ਹੋਵੇਗਾ ਤਾਂ ਹਰ ਕੋਈ ਵਿਅਕਤੀ ਉਸ ਨੂੰ ਪ੍ਰਾਪਤ ਕਰ ਸਕੇਗਾ, ਉਸ ਦੀ ਵਰਤੋਂ ਕਰ ਸਕੇਗਾ। ਇਸ ਕਰਕੇ ਊਰਜਾ ਦਾ ਜਿਹੜਾ ਵਧੀਆ ਸੋਮਾ ਉਸ ਦਾ ਸਸਤਾ ਹੋਣਾ ਬਹੁਤ ਜ਼ਰੂਰੀ ਹੈ। ਦੂਜਾ ਪੁਆਇੰਟ, ਜਿਹੜਾ ਸੌਖ ਨਾਲ ਮਿਲ ਸਕੇ। ਊਰਜਾ ਦਾ ਵਧੀਆ ਸੋਮਾ ਉਹੀ ਹੈ ਜਿਹੜਾ ਸਾਨੂੰ ਆਸਾਨੀ ਨਾਲ ਮਿਲ ਸਕੇ, ਜਿਸ ਨੂੰ ਪ੍ਰਾਪਤ ਕਰਨ ਲਈ ਸਾਨੂੰ ਕੋਈ ਮੁਸ਼ਕਿਲ ਨਾ ਆਵੇ। ਬੇਟਾ ਤੀਜਾ, ਜਿਸ ਦਾ ਭੰਡਾਰਨ ਕਰਨਾ ਆਸਾਨ ਹੋਵੇ, ਮਤਲਬ ਜਿਸ ਦੀ ਸਾਂਭ ਸੰਭਾਲ ਕਰਨਾ, ਜਿਸ ਨੂੰ ਸਟੋਰ ਕਰਨਾ ਆਸਾਨ ਹੋਵੇ, ਉਹ ਸੋਮਾ ਊਰਜਾ ਦਾ ਵਧੀਆ ਸੋਮਾ ਹੈ। ਫਿਰ ਜਿਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਜਾਣਾ ਆਸਾਨ ਹੋਵੇ। ਬੇਟਾ ਅਜਿਹਾ ਸੋਮਾ ਜਿਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਤੁਸੀਂ ਆਸਾਨੀ ਨਾਲ ਲੈ ਕੇ ਜਾ ਸਕਦੇ ਹੋ, ਉਹ ਵੀ ਊਰਜਾ ਦਾ ਵਧੀਆ ਸੋਮਾ ਕਹਾਉਂਦਾ ਹੈ। ਅਤੇ ਲਾਸਟ, ਜੋ ਪ੍ਰਤੀ ਇਕਾਈ ਆਇਤਨ ਵਧੇਰੇ ਕਾਰਜ ਕਰੇ। ਬੇਟੇ ਜਿਸ ਦੇ ਪ੍ਰਤੀ ਇਕਾਈ ਆਇਤਨ ਤੋਂ ਸਾਨੂੰ ਵੱਧ ਤੋਂ ਵੱਧ ਊਰਜਾ ਪ੍ਰਾਪਤ ਹੋਵੇ, ਅਜਿਹਾ ਸੋਮਾ ਹੀ ਊਰਜਾ ਦਾ ਸਭ ਤੋਂ ਵਧੀਆ ਸੋਮਾ ਹੁੰਦਾ ਹੈ। ਜ਼ਿਆਦਾਤਰ ਜਿਹੜੇ ਊਰਜਾ ਦੇ ਸੋਮੇ ਹਨ ਉਹ ਬਾਲਣ ਦੇ ਰੂਪ ਵਿੱਚ ਵੀ ਤੁਹਾਨੂੰ ਮਿਲਦੇ ਹਨ, ਜਿਵੇਂ ਕੋਲਾ, ਪੈਟਰੋਲ, ਡੀਜ਼ਲ, ਲੱਕੜੀ ਅਤੇ ਇਸ ਤੋਂ ਇਲਾਵਾ LPG, CNG, ਇਹ ਸਾਰੇ ਜਿਹੜੇ ਹਨ ਇਹ ਬਾਲਣ ਦੇ ਰੂਪ ਵਿੱਚ ਹਨ। ਅਤੇ ਹੁਣ ਤੁਸੀਂ ਜੇ ਕੋਈ ਬਾਲਣ ਦੇਖਣਾ ਕਿ ਉਹ ਵਧੀਆ ਬਾਲਣ ਹੈ ਜਾਂ ਵਧੀਆ ਨਹੀਂ ਹੈ, ਤੁਹਾਨੂੰ ਉਸਦੇ ਗੁਣ ਪਤਾ ਹੋਣੇ ਚਾਹੀਦੇ ਆ। ਹੁਣ ਅਸੀਂ ਵਧੀਆ ਬਾਲਣ ਦੇ ਗੁਣ ਡਿਸਕਸ ਕਰਾਂਗੇ। ਅਤੇ ਵਧੀਆ ਬਾਲਣ ਉਹ ਹੈ, ਨੰਬਰ 1, ਜਿਸ ਦਾ ਉੱਚ ਕੈਲੋਰੀ ਮਾਨ ਹੋਵੇ, ਮਤਲਬ ਜਿਸ ਦੇ ਪ੍ਰਤੀ ਇਕਾਈ ਆਇਤਨ ਤੋਂ ਸਾਨੂੰ ਬਹੁਤ ਜ਼ਿਆਦਾ ਊਰਜਾ ਪ੍ਰਾਪਤ ਹੁੰਦੀ ਹੋਵੇ। ਫਿਰ ਜਿਸ ਦਾ ਜਲਨ ਤਾਪਮਾਨ ਉਚਿਤ ਹੋਵੇ, ਮਤਲਬ ਉਹਦਾ ਜਲਨ ਤਾਪਮਾਨ ਨਾ ਤਾਂ ਬਹੁਤਾ ਘੱਟ ਹੋਵੇ ਅਤੇ ਨਾ ਹੀ ਬਹੁਤਾ ਵੱਧ ਹੋਵੇ, ਉਸਦਾ ਜਲਨ ਤਾਪਮਾਨ ਮੋਡਰੇਟ ਮਤਲਬ ਉਚਿਤ ਹੋਵੇ। ਫਿਰ ਜਿਹੜਾ ਸਸਤਾ ਹੋਵੇ। ਫਿਰ ਜਿਹੜਾ ਰਾਖ ਪੈਦਾ ਨਾ ਕਰੇ। ਬੇਟਾ ਵਧੀਆ ਬਾਲਣ ਤਾਂ ਉਹੀ ਹੈ ਨਾ ਜਿਹੜਾ ਰਾਖ ਨਹੀਂ ਪੈਦਾ ਕਰੇਗਾ ਅਤੇ ਜਿਸ ਕਰਕੇ ਗੰਦਗੀ ਨਹੀਂ ਪਏਗੀ। ਫਿਰ ਜਿਹੜਾ ਜ਼ਹਿਰੀਲੀਆਂ ਗੈਸਾਂ ਪੈਦਾ ਨਾ ਕਰੇ, ਜਿਹੜਾ ਧੂੰਆਂ ਪੈਦਾ ਨਾ ਕਰੇ। ਇਹ ਸਾਰੀ ਚੀਜ਼ਾਂ ਇੱਕ ਵਧੀਆ ਬਾਲਣ ਵਿੱਚ ਹੋਣਾ ਜ਼ਰੂਰੀ ਹੈ। ਜਿਸ ਦਾ ਭੰਡਾਰਨ ਕਰਨਾ ਆਸਾਨ ਹੋਵੇ, ਜਿਸ ਨੂੰ ਸਟੋਰ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ, ਅਜਿਹਾ ਬਾਲਣ ਵਧੀਆ ਬਾਲਣ ਹੁੰਦਾ ਹੈ। ਅਤੇ ਜਿਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਜਾਣਾ ਆਸਾਨ ਹੋਵੇ। ਜਿਸ ਬਾਲਣ ਵਿੱਚ ਅਜਿਹੇ ਸਾਰੇ ਗੁਣ ਹੋਣਗੇ, ਉਸ ਬਾਲਣ ਨੂੰ ਤੁਸੀਂ ਵਧੀਆ ਬਾਲਣ ਕਹੋਗੇ। ਤੁਸੀਂ ਮੈਨੂੰ ਉਦਾਹਰਨ ਦੇ ਸਕਦੇ ਹੋ ਕਿ ਤੁਸੀਂ ਘਰ ਵਿੱਚ ਕਿਹੜਾ ਬਾਲਣ ਯੂਜ਼ ਕਰਦੇ ਹੋ? ਤੁਸੀਂ ਘਰ ਵਿੱਚ ਵਰਤਦੇ ਹੋ LPG, ਅਤੇ LPG ਇੱਕ ਬਹੁਤ ਹੀ ਵਧੀਆ ਬਾਲਣ ਹੈ ਕਿਉਂਕਿ ਉਹ ਇਹਨਾਂ ਸਾਰੇ ਗੁਣਾਂ ਨੂੰ ਪੂਰਾ ਕਰਦਾ ਹੈ। ਬੇਟਾ ਹੁਣ ਅਸੀਂ ਕਰਾਂਗੇ ਅਧਿਆਏ ਦੇ ਅੰਦਰ ਦਿੱਤੇ ਗਏ ਪ੍ਰਸ਼ਨ, ਜਿਹੜੇ ਕਿ ਇਸ ਟੌਪਿਕ 'ਤੇ ਆਧਾਰਿਤ ਹਨ। ਉਹ ਪ੍ਰਸ਼ਨ ਅਸੀਂ ਹੁਣ ਡਿਸਕਸ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਊਰਜਾ ਦਾ ਵਧੀਆ ਸੋਮਾ ਕਿਸ ਨੂੰ ਕਹਿੰਦੇ ਹਾਂ? ਸੋ ਬੇਟਾ ਇਸ ਕੁਐਸਚਨ ਦਾ ਆਨਸਰ ਅਸੀਂ ਹੁਣੇ ਹੀ ਡਿਸਕਸ ਕੀਤਾ ਸੀ ਕਿ ਕਿਹੜਾ ਊਰਜਾ ਦਾ ਸੋਮਾ ਵਧੀਆ ਸੋਮਾ ਕਹਾਉਂਦਾ ਹੈ? ਜਿਹੜਾ ਸਸਤਾ ਹੋਵੇ, ਜਿਹੜਾ ਸੌਖ ਨਾਲ ਮਿਲ ਜਾਵੇ, ਜਿਸ ਦਾ ਭੰਡਾਰਨ ਕਰਨਾ ਆਸਾਨ ਹੋਵੇ, ਜਿਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣਾ ਆਸਾਨ ਹੋਵੇ, ਜੋ ਪ੍ਰਤੀ ਇਕਾਈ ਆਇਤਨ ਵਧੇਰੇ ਕਾਰਜ ਕਰਦਾ ਹੋਏ, ਮਤਲਬ ਵੱਧ ਊਰਜਾ ਪੈਦਾ ਕਰਦਾ ਹੋਏ, ਅਜਿਹਾ ਸੋਮਾ ਊਰਜਾ ਦਾ ਵਧੀਆ ਸੋਮਾ ਹੈ। ਸੈਕਿੰਡ ਇਜ਼, ਵਧੀਆ ਬਾਲਣ ਕਿਸ ਨੂੰ ਕਹਿੰਦੇ ਹਨ? ਬੇਟੇ
ਇਹ ਵੀ ਤੁਸੀਂ ਹੁਣੇ ਹੀ ਡਿਸਕਸ ਕੀਤਾ, ਅਸੀਂ ਕਿੰਨੇ ਸਾਰੇ ਪੁਆਇੰਟ ਡਿਸਕਸ ਕੀਤੇ ਕਿ ਵਧੀਆ ਬਾਲਣ ਕਿਹੜਾ ਬਾਲਣ ਹੈ, ਜਿਹੜਾ ਆਸਾਨੀ ਨਾਲ ਮਿਲ ਜਾਵੇ, ਜਿਹੜਾ ਸਸਤਾ ਹੋਵੇ, ਜਿਸ ਦਾ ਭੰਡਾਰਨ ਕਰਨਾ ਆਸਾਨ ਹੋਵੇ, ਜਿਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣਾ ਆਸਾਨ ਹੋਵੇ, ਜਿਸ ਦਾ ਜਲਨ ਤਾਪਮਾਨ ਉਚਿਤ ਹੋਵੇ, ਜਿਸ ਦਾ ਉੱਚ ਕੈਲੋਰੀ ਮਾਨ ਹੋਵੇ। ਇਹ ਸਾਰੇ ਗੁਣ ਜਿਸ ਬਾਲਣ ਵਿੱਚ ਹੋਣਗੇ ਉਹ ਵਧੀਆ ਬਾਲਣ ਕਹਿਲਾਏਗਾ। ਉਦਾਹਰਨ ਦੇ ਤੌਰ 'ਤੇ ਦ੍ਰਵਿਤ ਪੈਟਰੋਲੀਅਮ ਗੈਸ LPG। ਨੈਕਸਟ ਕੁਐਸਚਨ ਹੈ, ਜੇਕਰ ਤੁਸੀਂ ਆਪਣੇ ਭੋਜਨ ਨੂੰ ਗਰਮ ਕਰਨ ਲਈ ਕਿਸੇ ਵੀ ਊਰਜਾ ਸੋਮੇ ਦਾ ਉਪਯੋਗ ਕਰ ਸਕਦੇ ਹੋ ਤਾਂ ਤੁਸੀਂ ਕਿਸ ਦੀ ਵਰਤੋਂ ਕਰੋਗੇ ਅਤੇ ਕਿਉਂ? ਬੇਟਾ ਦੱਸੋ, ਜੇਕਰ ਤੁਸੀਂ ਕਿਸੇ ਵੀ ਊਰਜਾ ਸੋਮੇ ਦਾ ਉਪਯੋਗ ਕਰਕੇ ਆਪਣਾ ਭੋਜਨ ਬਣਾਉਣਾ ਹੋਏ ਤਾਂ ਤੁਸੀਂ ਕਿਸ ਦੀ ਵਰਤੋਂ ਕਰੋਗੇ? ਓਬਵੀਅਸਲੀ ਤੁਸੀਂ LPG ਦੀ ਵਰਤੋਂ ਕਰੋਗੇ, ਹੈ ਨਾ। ਅਤੇ ਮੈਂ ਵੀ ਆਨਸਰ ਵਿੱਚ ਇਹੀ ਲਿਖਵਾਇਆ, ਅਸੀਂ LPG ਦਾ ਉਪਯੋਗ ਕਰਾਂਗੇ। ਕਿਉਂ? ਕਿਉਂਕਿ ਬੇਟੇ ਉਹਦਾ ਜਲਨ ਤਾਪਮਾਨ ਉਚਿਤ ਹੈ, ਕੈਲੋਰੀ ਮਾਨ ਅਧਿਕ ਹੈ, ਉਹ ਰਾਖ ਪੈਦਾ ਨਹੀਂ ਕਰਦੀ, ਧੂਆਂ ਪੈਦਾ ਨਹੀਂ ਕਰਦੀ, ਜ਼ਹਿਰੀਲੇ ਪਦਾਰਥ ਪੈਦਾ ਨਹੀਂ ਕਰਦੀ, ਇਸ ਕਰਕੇ ਉਹ ਇੱਕ ਵਧੀਆ ਬਾਲਣ ਹੈ। ਇਸ ਕਰਕੇ ਅਸੀਂ LPG ਦੀ ਹੀ ਵਰਤੋਂ ਕਰਾਂਗੇ ਆਪਣਾ ਭੋਜਨ ਪਕਾਉਣ ਲਈ। ਬੇਟਾ ਉਮੀਦ ਕਰਦੀ ਹਾਂ ਕਿ ਅੱਜ ਦਾ ਟੌਪਿਕ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤੁਸੀਂ ਸਾਰੇ ਇੰਪੋਰਟੈਂਟ ਪੁਆਇੰਟਸ ਅਤੇ ਜਿਹੜੇ ਮੈਂ ਕੁਐਸਚਨਸ ਤੁਹਾਨੂੰ ਕਰਵਾਏ ਹੈ ਇਹ ਆਪਣੀ ਨੀਟ ਕਾਪੀ ਵਿੱਚ, ਆਪਣੀ ਪੱਕੀ ਕਾਪੀ ਵਿੱਚ ਜ਼ਰੂਰ ਲਿਖ ਲੈਣੇ ਹੈ ਅਤੇ ਇਹਨਾਂ ਨੂੰ ਯਾਦ ਵੀ ਕਰ ਲੈਣਾ ਹੈ। ਥੈਂਕ ਯੂ ਵੈਰੀ ਮੱਚ।